ਵਾਹਿਗੁਰੂ ਸਾਹਿਬ ਜੀਓ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਭਗਤ ਵਛਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰਸੰਗਤ ਰੂਪ 'ਚ ਗੁਰੂ ਦਰਬਾਰ ਵਿਖੇ ਜੁੜੇ ਹਾਂ ਔਰ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਦੇ ਕੀਰਤਨੀਆਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਹੈ। ਆਰਤੀ ਸ਼ਬਦ ਕੀਰਤਨ ਦੇ ਨਾਲ ਆਪ ਸੰਗਤ ਨੂੰ ਜੋੜਿਆ ਹੈ ਔਰ ਉਪਰੰਤ ਸਮਾਂ ਹੋਇਆ ਹੈ ਗੁਰਬਾਣੀ ਵਿਚਾਰ ਦਾ। ਇਹ ਸਾਰੇ ਤਰੀਕੇ ਗੁਰਬਾਣੀ ਦੇ ਨਾਲ ਜੁੜਨ ਦੇ ਹਨ, ਸ਼ਬਦ ਗੁਰੂ ਦੇ ਨਾਲ ਜੁੜਨ ਦੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੇ ਹਨ। ਗੁਰਬਾਣੀ ਪਾਠ, ਗੁਰਬਾਣੀ ਕੀਰਤਨ, ਗੁਰਬਾਣੀ ਵਿਚਾਰ ਔਰ ਸਾਰੇ ਹੀ ਕਰਮ ਕਰਨ ਦਾ ਸਿੱਖ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਅਸੀਂ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਔਰ ਕੀਰਤਨ ਰਾਹੀਂ ਵੀ ਅਸੀਂ ਬਾਣੀ ਦੇ ਨਾਲ ਜੁੜਨਾ ਹੈ ਔਰ ਵਿਚਾਰ ਦੇ ਰਾਹੀਂ ਵੀ ਅਸੀਂ ਗੁਰਬਾਣੀ ਦੇ ਨਾਲ ਗੁਰਸ਼ਬਦ ਗੁਰ ਸਿਧਾਂਤ ਦੇ ਨਾਲ ਜੁੜਨਾ ਹੈ। ਸਤਿਗੁਰੂ ਮਿਹਰ ਕਰਨ, ਸਾਡੇ ਵੱਲੋਂ ਕੀਤੇ ਹੋਏ ਇਹ ਯਤਨ ਉਦਮ ਸਕਾਰਥ ਪੈਣ। ਗੁਰੂ ਕਾ ਸ਼ਬਦ ਉਪਦੇਸ਼ ਸਾਡੇ ਹਿਰਦਿਆਂ 'ਚ ਵਰਤ ਜਾਏ, ਵਸ ਜਾਏ ਔਰ ਜਿਸ ਤਰ੍ਹਾਂ ਦਾ ਗੁਰੂ ਸਾਨੂੰ ਬਣਾਉਣਾ ਚਾਹੁੰਦੇ ਨੇ ਉੱਦਾਂ ਦੇ ਅਸੀਂ ਬਣ ਜਾਈਏ, ਫਿਰ ਸਾਰੀ ਖੇਡ ਸਫਲ ਹੈ। ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ,
ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤਿੰਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਆਪ ਜੀ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਨਿਤਾ ਪ੍ਰਤੀ ਵਿਚਾਰ ਦੇ ਨਾਲ ਜੁੜਦੇ ਹੋ ਔਰ ਸਤਿਗੁਰੂ ਜੀ ਦੀ ਰਹਿਮਤ ਮਿਹਰਾਮਤ ਸਦਕਾ ਇਸ ਬਾਣੀ ਦੀਆਂ ਪਹਿਲੀਆਂ 4 ਪੌੜੀਆਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਦੇ ਬਚਨਾਂ ਮੁਤਾਬਕ ਜਿਵੇਂ ਜਿਵੇਂ ਸਤਿਗੁਰੂ ਜੀ ਸੇਵਾ ਲੈ ਰਹੇ ਨੇ, ਆਪਾਂ ਰਲ ਮਿਲ ਕੇ ਗੁਰਬਾਣੀ ਵਿਚਾਰ ਦੀ ਸੇਵਾ 'ਚ ਜੁੜੇ ਹਾਂ, ਸੇਵਾ ਕਰ ਰਹੇ ਹਾਂ। ਅੱਜ 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਔਰ 5ਵੀਂ ਪੌੜੀ ਦੇ ਆਰੰਭ 'ਚ ਸਤਿਗੁਰੂ ਜੀ ਨੇ ਜੋ ਬਚਨ ਕਹੇ ਨੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਹੁਣ ਇੱਥੇ ਜਿਹੜੇ ਬਚਨ ਆਏ ਹਨ ਕਿ 5 ਸ਼ਬਦ ਅੰਦਰ ਵੱਜੇ, ਪੰਚ ਸ਼ਬਦ। ਹੁਣ ਇਹ ਜਿਹੜਾ ਪੰਚ ਹੈ, ਪੰਚ ਸ਼ਬਦ ਗੁਰਬਾਣੀ 'ਚ ਬਹੁਤ ਵਾਰ ਆਇਆ ਹੈ। ਮੁੱਖ ਰੂਪ ਦੇ ਵਿੱਚ 2 ਅਰਥਾਂ 'ਚ ਇਹ ਸ਼ਬਦ ਆਉਂਦਾ ਹੈ। ਇੱਕ ਹੈ ਗਿਣਤੀ ਦੇ 5 ਦੇ ਰੂਪ ਦੇ ਵਿੱਚ। ਇਸ ਪੌੜੀ 'ਚ ਵੀ 2 ਵਾਰ ਇਹ ਸ਼ਬਦ ਆਇਆ ਹੈ। ਪੰਚ ਦੂਤ ਤੁਧ ਵਸ ਕੀਤੇ ਵੀ ਆਉਂਦਾ ਹੈ, ਆਰੰਭ ਦੇ ਵਿੱਚ ਵੀ ਪੰਚ ਆਇਆ। ਗੁਰਬਾਣੀ 'ਚ ਇੱਕ ਤੇ ਇਹ ਪੰਚ ਸ਼ਬਦ ਆਇਆ ਹੈ ਗਿਣਤੀ ਦੇ 5 ਦੇ ਅਰਥਾਂ ਦੇ ਵਿੱਚ, ਤੇ ਦੂਜੇ ਨੰਬਰ ਤੇ ਪੰਚ ਸ਼ਬਦ ਆਇਆ ਹੈ ਮੁਖੀ ਆਗੂ ਦੇ ਰੂਪ ਦੇ ਵਿੱਚ। ਜਿਵੇਂ ਨਗਰਾਂ 'ਚ ਪਿੰਡਾਂ 'ਚ ਪੰਚ ਹੁੰਦੇ ਹਨ, ਪੰਚ ਸਰਪੰਚ। ਪੰਚ ਤੇ ਪੰਚਾਂ ਦਾ ਜਿਹੜਾ ਅੱਗੇ ਮੁਖੀ ਆ ਉਸੇ ਨੂੰ ਸਰਪੰਚ ਕਿਹਾ ਜਾਂਦਾ ਹੈ, ਸਿਰਮੌਰ ਪੰਚ। ਬਾਣੀ 'ਚ ਆਪਾਂ ਜਪਜੀ ਸਾਹਿਬ 'ਚ ਬਚਨ ਪੜ੍ਹਦੇ ਹਾਂ ਜਿੱਥੇ ਸਤਿਗੁਰੂ ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਉੱਥੇ ਪੰਚ ਦਾ ਅਰਥ 5 ਨਹੀਂ ਹੈ। ਕਈ ਵਾਰ ਭੁਲੇਖੇ ਦੇ ਨਾਲ ਉਹ ਅਰਥ 5 ਵੀ ਕਰ ਦਿੱਤਾ ਜਾਂਦਾ ਹੈ। ਆਪਾਂ ਸਮਝਦੇ ਹਾਂ ਸ਼ਾਇਦ 5 ਹੈ, ਪਰ ਉੱਥੇ ਪੰਚ ਦਾ ਮਤਲਬ ਹੈ ਆਗੂ, ਮੁਖੀ। ਜਿਨੇ ਗੁਰੂ ਕੇ ਸ਼ਬਦ ਨੂੰ ਸੁਣਿਆ ਹੈ, ਮੰਨਿਆ ਹੈ, ਜਾਂ ਉੱਥੋਂ ਹੀ ਆਪਾਂ ਇਹਦੇ ਅਰਥ ਸਮਝ ਸਕਦੇ ਹਾਂ। ਪੰਚਾਂ ਕਾ ਗੁਰ ਏਕ ਧਿਆਨ। ਪੰਚ ਉਹ ਹੈ ਜਿਹਦਾ ਧਿਆਨ ਗੁਰੂ 'ਚ ਜੁੜਿਆ ਹੈ, ਇੱਕ ਮਾਲਕ 'ਚ ਜੁੜਿਆ ਹੈ। ਜਪਜੀ ਸਾਹਿਬ 'ਚ ਹੀ ਅੱਗੇ ਚੱਲ ਕੇ ਸਤਿਗੁਰੂ ਨੇ ਫੇਰ ਪੰਚ ਸ਼ਬਦ ਦੀ ਵਰਤੋਂ ਕੀਤੀ ਹੈ ਅਖੀਰਲੀਆਂ ਪੌੜੀਆਂ 'ਤੇ ਜਾ ਕੇ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ। ਮਹਾਰਾਜ ਕਹਿੰਦੇ ਉੱਥੇ ਜਾ ਕੇ ਪਤਾ ਲੱਗਦਾ ਹੈ ਕਿਹੜਾ ਪੰਚ। ਪੰਚ ਵਾਹਿਗੁਰੂ ਦੇ ਘਰ ਸੋਹੰਦੇ ਹਨ, ਸ਼ੋਭਦੇ ਹਨ। ਕਿਹੜੇ ਪੰਚ? ਜਿਨ੍ਹਾਂ ਦਾ ਗੁਰ ਏਕ ਧਿਆਨ, ਇੱਕ ਪਰਮੇਸ਼ਰ 'ਚ ਧਿਆਨ ਹੈ। ਕਹਿਣ ਦਾ ਭਾਵ ਕਿ ਇਹ ਪੰਚ ਸ਼ਬਦ ਆਗੂ ਦੇ ਮੁਖੀ ਦੇ ਰੂਪ ਦੇ ਵਿੱਚ ਜਾਂ ਉਸ ਗੁਰਮੁਖ ਜਨ ਦੇ ਰੂਪ ਦੇ ਵਿੱਚ ਵੀ ਆਇਆ ਹੈ ਜਿਹਦਾ ਧਿਆਨ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਹੈ। ਔਰ ਬਹੁਤ ਥਾਵਾਂ 'ਤੇ ਇਹ ਪੰਚ ਸ਼ਬਦ ਦੀ ਵਰਤੋਂ ਬਾਣੀ 'ਚ ਆਈ ਹੈ। ਇੱਕ ਜਗ੍ਹਾ ਆਪਾਂ ਬਚਨ ਪੜ੍ਹਦੇ ਹਾਂ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ। ਹਮ ਕਰ ਸਾਜਨ ਆਏ, ਸਾਡੇ ਹਿਰਦੇ ਰੂਪੀ ਘਰ 'ਚ ਹੁਣ ਸੱਜਣ ਵਾਹਿਗੁਰੂ ਆ ਗਿਆ ਹੈ। ਸਾਚੇ ਮੇਲ ਮਿਲਾਏ, ਸੱਚੇ ਦਾ ਮਿਲਾਪ ਪ੍ਰਾਪਤ ਹੋ ਗਿਆ। ਸਹਿਜ ਮਿਲਾਏ ਹਰ ਮਨ ਭਾਏ,
ਪੰਚ ਮਿਲੇ ਸੁਖ ਪਾਇਆ। ਹੁਣ ਕਹਿੰਦੇ ਉਹ ਜਿਹੜੇ 5 ਵਿਕਾਰ ਸਨ ਉਹ ਵੀ ਹੁਣ ਵਿਕਾਰ ਤੋਂ ਸਾਕਾਰ ਬਣ ਚੁੱਕੇ ਹਨ, ਉਹ ਵੀ ਝੁਕ ਚੁੱਕੇ ਹਨ। ਉੱਥੇ ਪੰਚ ਮਿਲੇ, ਪੰਚ ਦਾ ਅਰਥ 5 ਵਿਕਾਰ। ਮਿਲੇ ਸੁਖ ਪਾਇਆ, ਹੁਣ ਉਹ ਵਿਕਾਰ ਬਿਰਤੀ ਪਟਕਾਉਂਦੇ ਨਹੀਂ ਹਨ, ਉਹ ਵਾਸ਼ਨਾਵਾਂ ਵੀ ਕਾਬੂ 'ਚ ਆ ਚੁੱਕੀਆਂ ਨੇ। ਜਿਹੜੀ ਗੱਲ ਇੱਥੇ ਵੀ ਅੱਗੇ ਗੁਰੂ ਨੇ ਕੀਤੀ ਹੈ, ਪੰਚ ਦੂਤ ਤੁਧ ਵਸ ਕੀਤੇ ਦੀ, ਉੱਥੇ ਵੀ ਮਹਾਰਾਜ ਕਹਿੰਦੇ ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ। ਔਰ ਅੱਗੇ ਚੱਲ ਕੇ ਮਹਾਰਾਜ ਕਹਿੰਦੇ ਪੰਚ ਸ਼ਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ। ਫਿਰ ਦੂਜੀ ਵਾਰ ਉੱਥੇ ਪੰਚ ਸ਼ਬਦ ਦੀ ਗੱਲ ਆਉਂਦੀ ਹੈ। ਹੁਣ ਇਹ ਜਿਹੜਾ ਪੰਚ ਸ਼ਬਦ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਪੰਚ ਸ਼ਬਦ ਕੀ ਹੈ। ਵਿਚਾਰਵਾਨਾਂ ਨੇ ਇਹਦੇ ਬਾਰੇ ਵੱਖਰੀ ਵੱਖਰੀ ਤਰ੍ਹਾਂ ਦੀ ਰਾਏ ਦਿੱਤੀ ਹੈ। ਸੰਗੀਤ ਦੇ ਲਈ 5 ਪ੍ਰਕਾਰ ਦੇ ਸਾਜ਼ ਹੁੰਦੇ ਹਨ ਜਿਹੜੇ ਵਜਾਏ ਜਾਂਦੇ ਹਨ ਗਾਉਣ ਦੇ ਲਈ। ਇੱਕ ਸਾਜ਼ ਹੁੰਦੇ ਹਨ ਤੰਤੀ ਸਾਜ਼, ਜਿਨ੍ਹਾਂ 'ਚ ਤਾਰਾਂ ਲੱਗੀਆਂ ਹੁੰਦੀਆਂ ਹਨ ਤੇ ਉਹ ਤਾਰਾਂ ਦੇ ਰਾਹੀਂ ਵਜਾਏ ਜਾਂਦੇ ਹਨ। ਸਰੰਗੀ ਆਦਿਕ, ਪੀਣਾ ਆਦਿਕ, ਸਿਤਾਰ ਆਦਿਕ, ਜਿਨ੍ਹਾਂ 'ਤੇ ਤਾਰ ਲੱਗੀ ਹੈ, ਰਬਾਬ ਉਹਦੇ ਵਿੱਚ ਆਉਂਦਾ ਹੈ। ਦੂਜੇ ਨੰਬਰ 'ਤੇ ਇੱਕ ਸਾਜ਼ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਚਮੜਾ ਮੜਿਆ ਹੁੰਦਾ ਹੈ ਤੇ ਉਹ ਫਿਰ ਉਹ ਚਮੜੇ ਦੇ ਨਾਲ ਉਹ ਮੜਿਆ ਹੁੰਦਾ ਹੈ ਤੇ ਉਹਦੇ ਰਾਹੀਂ ਉਹ ਵਜਾਏ ਜਾਂਦੇ ਹਨ। ਜਿਵੇਂ ਤਬਲਾ ਵੱਜਦਾ ਹੈ, ਢੋਲਕੀ ਵੱਜਦੀ ਹੈ, ਇਹ ਚਮੜੇ ਦੇ ਨਾਲ ਮੜੇ ਹੋਏ ਸਾਜ਼ ਹਨ। ਇਸੇ ਤਰ੍ਹਾਂ ਇੱਕ ਸਾਜ਼ ਹੈ ਘਨ ਸਾਜ਼, ਜਿਵੇਂ 2 ਚੀਜ਼ਾਂ ਦੇ ਟਕਰਾਅ ਦੇ ਨਾਲ ਵੱਜਣ ਵਾਲੇ ਛੈਣੇ ਆਦਿਕ, ਚਿਮਟਾ ਆਦਿਕ ਟਕਰਾਅ ਦੇ ਨਾਲ ਉਹ ਸਾਜ਼ ਵੱਜਦੇ ਹਨ। ਇਸੇ ਤਰ੍ਹਾਂ ਇੱਕ ਹੈ ਨਾਦ, ਜਿਵੇਂ ਮਿੱਟੀ ਦੇ ਬਣੇ ਹੋਏ ਘੜੇ ਆਦਿਕ ਹਨ, ਉਹ ਸਾਜ਼ ਜਿਨ੍ਹਾਂ ਦੇ ਮੂੰਹ ਤੇ ਹੱਥ ਮਾਰ ਕੇ ਤੇ ਉਹ ਵਿੱਚੋਂ ਆਵਾਜ਼ ਪੈਦਾ ਕੀਤੀ ਜਾਂਦੀ ਹੈ, ਅੰਦਰ ਇੱਕ ਖੋਲ ਹੁੰਦਾ ਹੈ। ਔਰ ਇਸੇ ਤਰ੍ਹਾਂ ਇੱਕ ਸਾਜ਼ ਹੈ ਜੋ ਹਵਾ ਭਰ ਕੇ ਫੂਕ ਮਾਰ ਕੇ ਜਿਹੜੇ ਸਾਜ਼ ਵਜਾਏ ਜਾਂਦੇ ਨੇ, ਉਹਦੇ 'ਚ ਹਾਰਮੋਨੀਅਮ ਵੀ ਆਉਂਦਾ ਹੈ। ਗੱਲ ਵੱਖਰੀ ਹੈ ਕਿ ਉਹਦੇ 'ਚ ਮੂੰਹ ਰਾਹੀਂ ਹਵਾ ਨਹੀਂ ਮਾਰਨੀ, ਭਰਨੀ ਪੈਂਦੀ ਆ। ਉਹ ਹਾਰਮੋਨੀਅਮ ਦੇ ਅੱਗੇ ਪੱਖਾ ਲੱਗਿਆ ਹੁੰਦਾ ਹੈ, ਕੀਰਤਨੀ ਉਹ ਪੱਖਾ ਨਾਲ ਦੀ ਨਾਲ ਚਲਾਉਂਦੇ ਨੇ, ਅੰਦਰ ਹਵਾ ਭਰਦੀ ਹੈ ਤੇ ਇੱਕ ਉਹ ਅੰਦਰੋਂ ਸੁਰਾਂ 'ਚੋਂ ਆਵਾਜ਼ ਨਿਕਲਦੀ ਹੈ। ਬੰਸਰੀ ਆਦਿਕ ਵੀ ਉਸੇ ਦੇ ਵਿੱਚ ਆਉਂਦਾ ਹੈ। ਹੁਣ ਇਹ ਜਿਹੜਾ ਪੰਚ ਸ਼ਬਦ ਹੈ, ਕੁਝ ਵਿਦਵਾਨਾਂ ਨੇ ਇਹਦਾ ਅਰਥ ਕਰਦਿਆਂ ਇਹ ਬਾਹਰ ਦੇ 5 ਤਰ੍ਹਾਂ ਦੇ ਸਾਜ਼ਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਤੇ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਵਰਤਦੀ ਹੈ, ਉਹਨਾਂ ਦੇ ਅੰਦਰ ਹੀ ਇਹ 5 ਸਾਜ਼ਾਂ ਵਾਲਾ ਜਿਹੜਾ ਸੰਗੀਤ ਹੈ ਉਹ ਚੱਲਣਾ ਸ਼ੁਰੂ ਹੋ ਜਾਂਦਾ ਹੈ। ਭਾਵ ਉਹਨਾਂ ਨੂੰ ਫਿਰ ਬਾਹਰੋਂ ਕਿਸੇ ਸਾਜ਼ ਦੀ ਜ਼ਰੂਰਤ ਨਹੀਂ ਰਹਿੰਦੀ ਆ। ਅੰਦਰ ਇੰਨਾ ਇੱਕ ਸੁਰ 'ਚ, ਇੱਕ ਲੈਅ 'ਚ, ਇੱਕ ਸੰਗੀਤਮਈ ਅੰਦਰ ਐਸਾ ਜੀਵਨ ਬਣਦਾ ਹੈ, ਅੰਦਰ ਆਪਣੇ ਆਪ ਹੀ ਮਾਨੋ ਇਹ ਸਾਜ਼ ਵੱਜਦੇ ਹਨ, ਤਰਾਨੇ ਚੱਲਦੇ ਹਨ। ਇੱਕ ਤੇ ਇਹ ਪੰਜ ਸ਼ਬਦ ਦੇ ਅਰਥ ਉਹ ਬਾਹਰ ਦੇ 5 ਸਾਜ਼ਾਂ ਦੀਆਂ ਧੁਨਾਂ ਦੇ ਨਾਲ ਅਰਥ ਕਰਕੇ ਕੀਤੇ ਗਏ ਹਨ। ਇੱਕ ਵਿਚਾਰਵਾਨ ਇਹਦਾ ਅਰਥ ਕਰਦੇ ਹਨ ਕਿ ਪੰਚ ਸ਼ਬਦ ਦਾ ਅਰਥ ਹੈ ਉੱਤਮ ਸ਼ਬਦ। ਜਿਵੇਂ ਪੰਚ ਦਾ ਅਰਥ ਆਇਆ ਹੈ ਉੱਤਮ, ਆਗੂ, ਮੁਖੀ, ਉਹ ਇਸ ਰੂਪ ਦੇ ਵਿੱਚ ਇਹਦਾ ਅਰਥ ਕਰਦੇ ਹਨ ਕਿ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉਹ ਜਿਸ ਸੁਭਾਗੇ ਹਿਰਦੇ ਤੇ ਵਾਹਿਗੁਰੂ ਦੀ ਕਲਾ ਰਹਿਮਤ ਬਖਸ਼ਿਸ਼ ਵਰਤਦੀ ਹੈ, ਉਹਦੇ ਅੰਦਰ ਫਿਰ ਉੱਤਮ ਸ਼ਬਦ ਵੱਜਦੇ ਹਨ। ਉਹ ਉੱਤਮ ਸ਼ਬਦ ਦਾ ਭਾਵ ਕੀ ਹੈ? ਜੋ ਉੱਤਮ ਪੁਰਖਾਂ ਦੀ ਰਸਨਾ ਤੋਂ ਨਿਕਲੇ ਹੋਏ ਸ਼ਬਦ ਹਨ, ਬੋਲ ਹਨ, ਜੋ ਧੁਰ ਦਰਗਾਹ ਤੋਂ ਆਏ ਹੋਏ ਬੋਲ ਹਨ। ਉਹ ਬੋਲ ਉਹਨਾਂ ਦੇ ਅੰਦਰ ਹਮੇਸ਼ਾ ਫਿਰ ਨਿਰੰਤਰ ਚੱਲਦੇ ਹਨ। ਜਾਂ ਆਪਾਂ ਇੱਦਾਂ ਕਹਿ ਲਈਏ ਕਿ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ, ਧੁਰ ਤੋਂ ਆਈ ਹੋਈ ਬਾਣੀ ਅੰਦਰ ਲਗਾਤਾਰ ਬਾਣੀ ਦੀ ਇੱਕ ਰੌਂ, ਬਾਣੀ ਦੀ ਇੱਕ ਵੇਗ ਤੇ ਵੇਵ ਉਹਨਾਂ ਦੇ ਅੰਦਰ ਚੱਲਦੀ ਹੈ।
ਜਿਨ੍ਹਾਂ ਤੇ ਮਾਲਕ ਦੀ ਕਿਰਪਾ ਰਹਿਮਤ ਬਖਸ਼ਿਸ਼ ਵਰਤਦੀ ਹੈ। ਹਾਲਾਂਕਿ ਦੇਖੋ, ਗੁਰਬਾਣੀ ਦੇ ਬਹੁਤ ਸਾਰੇ ਐਸੇ ਸ਼ਬਦ ਹਨ, ਅਨੁਭਵੀ ਕਿਸਮ ਦੇ ਸ਼ਬਦ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਜਾਂ ਜਿਨ੍ਹਾਂ ਦਾ ਸੰਬੰਧ ਸਾਡੇ ਬਾਹਰ ਦੇ ਜੀਵਨ ਦੇ ਨਾਲ ਘੱਟ ਤੇ ਅੰਦਰੂਨੀ ਜੀਵਨ ਦੇ ਨਾਲ ਜ਼ਿਆਦਾ ਹੈ। ਤੇ ਜਦੋਂ ਉਹਨਾਂ ਸ਼ਬਦਾਂ ਦੀ ਬਾਹਰੀ ਤੌਰ ਤੇ ਸਾਨੂੰ ਸਮਝ ਨਹੀਂ ਹੈ, ਕਬੀਰ ਸਾਹਿਬ ਦਾ ਜਿਵੇਂ ਬਚਨ ਹੈ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਉਹ ਕਹਿੰਦੇ ਜਿਹਨੇ ਗੂੰਗੇ ਨੇ ਮਿੱਠਾ ਖਾਦਾ, ਗੁੜ ਖਾਦਾ, ਉਹਨੂੰ ਪੁੱਛੀਏ ਜੀ ਸਵਾਦ ਕਿੱਦਾਂ ਦਾ ਹੈ, ਉਹ ਹੁਣ ਦੱਸ ਨਹੀਂ ਸਕਦਾ ਹੈ। ਇਸ ਚੀਜ਼ ਨੂੰ ਮਹਾਰਾਜ ਕਹਿੰਦੇ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਮਾਣਿਆ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ। ਨਾਨਕ ਕਥਨਾ ਕਰੜਾ ਸਾਰ, ਜਿਵੇਂ ਲੋਹੇ ਨੂੰ ਚਬਾਇਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ, ਜਿਹੜੀ ਅਵਸਥਾ ਇੱਕ ਜਪਣ ਵਾਲੇ ਦੀ ਪਰਮੇਸ਼ਰ ਦੇ ਨਾਲ ਜੁੜੇ ਹੋਏ ਦੀ ਅੰਦਰੋਂ ਬਣ ਜਾਂਦੀ ਹੈ। ਉਹਦੇ ਲਈ ਫਿਰ ਕੁਝ ਸ਼ਬਦ ਬਾਣੀ ਨੇ ਵਰਤੇ ਨੇ, ਤੇ ਕੁਝ ਲੋਕਾਂ ਨੇ ਉਹਨਾਂ ਸ਼ਬਦਾਂ ਦੀ ਬਾਹਰੀ ਤੌਰ ਤੇ ਵਰਤੋਂ ਕਰਕੇ ਤੇ ਆਮ ਲੋਕਾਂ ਨੂੰ ਭਰਮਾਉਣ ਤੇ ਭਟਕਾਉਣ ਦਾ ਯਤਨ ਵੀ ਕੀਤਾ, ਆਪਣੀਆਂ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਜੀ ਅਸੀਂ 5 ਸ਼ਬਦ ਦਿੰਦੇ ਹਾਂ, ਜਿਨ੍ਹਾਂ 5 ਸ਼ਬਦਾਂ ਦਾ ਅਭਿਆਸ ਕਰਕੇ ਤੁਹਾਡੀ ਸੁਰਤ ਪਰਮੇਸ਼ਰ ਦੇ ਨਾਲ ਜੁੜ ਸਕਦੀ ਹੈ। ਕਿੰਨੀਆਂ ਅੱਜ ਦੇ ਸਮੇਂ 'ਚ ਵੀ ਐਸੀਆਂ ਦੁਕਾਨਾਂ ਚੱਲ ਰਹੀਆਂ ਹਨ, ਜਿੱਥੇ ਕੇਵਲ ਇਸ ਚੀਜ਼ ਦਾ ਨਾਮ ਵਰਤ ਕੇ, ਕੋਈ ਕਹਿੰਦਾ ਜੀ ਅਸੀਂ ਤੇ ਐਸੇ ਤਰੀਕੇ ਦੇ ਨਾਲ ਸਿਮਰਨ ਅਭਿਆਸ ਕਰਾਉਂਦੇ ਹਾਂ ਜੀ, ਸੁਰਤ 10ਵੇਂ ਦੁਆਰ ਤੱਕ ਪਹੁੰਚਾ ਦਿੰਦੇ ਹਾਂ। ਇੱਦਾਂ ਦੇ ਕਈ ਬਾਣੀ ਦੇ ਐਸੇ ਸ਼ਬਦ ਜਿਨ੍ਹਾਂ ਦੀ ਵਰਤੋਂ ਕਰਕੇ ਕੁਝ ਲੋਕ ਆਮ ਸਾਨੂੰ ਭੋਲੀਆਂ ਭਾਲੀਆਂ ਸੰਗਤਾਂ ਨੂੰ ਭਰਮਾਉਣ ਦਾ ਵੀ ਲੋਕ ਕੋਸ਼ਿਸ਼ ਕਰਦੇ ਨੇ, ਯਤਨ ਕਰਦੇ ਨੇ। ਸੋ ਆਪ ਸੁਚੇਤ ਹੋ ਕੇ ਆਪਾਂ ਸ਼ਬਦ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਰਹਿਣਾ ਹੈ, ਹੋਰ ਕਿਸੇ ਵਿੱਚ ਵਿਚੋਲੇ ਦੀ ਜ਼ਰੂਰਤ ਨਹੀਂ। ਖੈਰ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਦਾ ਭਾਵ, ਸੁਭਾਗੈ ਮਤਲਬ ਹੈ ਭਾਗਾਂ ਵਾਲਾ, ਚੰਗੇ ਕਰਮਾਂ ਵਾਲਾ। ਜਿਹੜਾ ਚੰਗੇ ਕਰਮਾਂ ਵਾਲਾ ਪੁਰਖ ਹੈ, ਉਹਦੇ ਹਿਰਦੇ ਰੂਪੀ ਘਰ ਅੰਦਰ ਵਾਜੇ ਪੰਚ ਸ਼ਬਦ, ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਦੀ ਜਿਹੜੀ ਰੌਂ ਹੈ, ਇੱਕ ਖੇੜਾ ਹੈ, ਇੱਕ ਆਨੰਦ। ਉਹ ਆਨੰਦ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ। ਹੁਣ ਉਹ ਸਦਾ ਵਿਗਾਸ ਦਾ ਮਤਲਬ ਇਹ ਨਹੀਂ ਹੈ ਕਿ ਭਗਤ ਸ਼ਾਇਦ ਬਾਹਰੋਂ ਹਰ ਵਕਤ ਹੱਸਦੇ ਰਹਿੰਦੇ ਹਨ। ਉਹ ਸਦਾ ਵਿਗਾਸ ਦਾ ਭਾਵ ਹੈ ਕਿ ਉਹਨਾਂ ਦੇ ਅੰਦਰ ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ, ਹਮੇਸ਼ਾ ਅੰਦਰ ਇੱਕ ਤਾਜ਼ਗੀ ਬਣੀ ਰਹਿੰਦੀ ਹੈ, ਇੱਕ ਚੜ੍ਹਦੀ ਕਲਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਸੁੱਖ ਦੁੱਖ ਬਾਹਰੋਂ ਜੀਵਨ 'ਚ ਆਉਂਦੇ ਨੇ, ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਆਨੰਦ ਅਵਸਥਾ 'ਚ ਪਹੁੰਚ ਗਿਆ ਨਾ, ਇੱਦਾਂ ਸਮਝੋ ਕਿ ਉਹਦੇ ਅੰਦਰ ਹੁਣ ਪੰਜ ਸ਼ਬਦ ਵਰਤਦੇ ਪਏ ਨੇ, ਉਹਦੇ ਅੰਦਰ ਮਾਲਕ ਦੇ ਘਰ ਦਾ ਸ੍ਰੇਸ਼ਟ ਸ਼ਬਦ ਵਰਤਦਾ ਪਿਆ ਹੈ। ਇਸ ਕਰਕੇ ਉਹਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਖੇੜਾ ਹੈ, ਹਮੇਸ਼ਾ ਹੀ ਉਹਦੇ ਅੰਦਰ ਆਨੰਦ ਹੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਮਹਾਰਾਜ ਕਹਿੰਦੇ ਇਹ ਉਸੇ ਸੁਭਾਗੇ ਘਰ ਅੰਦਰ ਰੱਬੀ ਬਾਣੀ ਦੇ, ਰੱਬੀ ਸਿਮਰਨ ਦੇ, ਰੱਬੀ ਸ਼ਬਦ ਦੇ ਨਾਦ ਵੱਜਦੇ ਹਨ। ਕਲਾ ਜਿਤ ਕਰ ਧਾਰੀਆ, ਜਿਹਦੇ ਤੇ ਮਾਲਕ ਜੀ ਨੇ ਆਪ ਆਪਣੀ ਰਹਿਮਤ ਵਰਤਾਈ ਹੈ, ਬਖਸ਼ਿਸ਼ ਵਰਤਾਈ ਹੈ, ਆਪਣੀ ਕਿਰਪਾ ਕੀਤੀ ਹੈ। ਕਿਉਂਕਿ ਕੁਝ ਚੀਜ਼ਾਂ ਬਾਹਰ ਦੀਆਂ ਹਨ, ਬੰਦਾ ਵੇਖੋ ਬਾਹਰ ਦੇ ਸਾਧਨ ਆਪਾਂ ਖਰੀਦ ਸਕਦੇ ਹਾਂ, ਜਿੰਨੇ ਵੀ ਧਰਮ ਦੇ ਬਾਰੇ ਵੀ ਸਾਧਨ ਹਨ ਬੰਦਾ ਖਰੀਦ ਸਕਦਾ ਹੈ, ਪਰ ਜਿਹੜਾ ਅੰਦਰ ਦਾ ਖੇੜਾ ਆਨੰਦ ਤੇ ਸਕੂਨ ਹੈ, ਵਿਗਾਸ ਹੈ, ਉਹਨੂੰ ਖਰੀਦਿਆ ਨਹੀਂ ਜਾ ਸਕਦਾ ਹੈ। ਉਹਦੀ ਕੋਈ ਕੀਮਤ ਵੀ ਨਹੀਂ ਹੈ, ਉਹਨੂੰ ਵੇਚ ਵੀ ਕੋਈ ਨਹੀਂ ਸਕਦਾ, ਉਹਨੂੰ ਖਰੀਦ ਵੀ ਕੋਈ ਨਹੀਂ ਸਕਦਾ ਹੈ। ਜਿਹੜੀ ਅਵਸਥਾ 'ਚ ਭਗਤ ਕਬੀਰ ਸਾਹਿਬ ਜੀ ਵਿਚਰਦੇ ਹਨ, ਉਹ ਹੁਣ ਕੋਈ ਪੈਸੇ ਦੇ ਨਾਲ ਖਰੀਦੀ ਹੋਈ ਅਵਸਥਾ ਨਹੀਂ ਹੈ। ਹਰਨਾਕਸ਼ ਪ੍ਰਹਿਲਾਦ ਨੂੰ ਪਰਮੇਸ਼ਰ ਦੀ ਇਬਾਦਤ ਤੋਂ ਤੋੜਨ ਦੇ ਲਈ ਕਿੰਨੇ ਤਰ੍ਹਾਂ ਦੇ ਯਤਨ ਕਰਦਾ ਹੈ, ਉਹ ਨਹੀਂ ਟੁੱਟਦਾ ਹੈ। ਕਿੰਨੀ ਵਾਰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਹੁਣ ਅੰਦਰ ਰਸ ਹੀ ਐਸਾ ਬਣ ਚੁੱਕਿਆ ਹੈ ਜਿਹਦੇ ਸਾਹਮਣੇ ਹੁਣ ਦੁਨੀਆ ਦੇ ਰਸ, ਡਰ,
ਲਾਲਚ ਕੁਝ ਵੀ ਉਹਨੂੰ ਚੰਗੇ ਨਹੀਂ ਲੱਗਦੇ ਹਨ। ਇਸੇ ਤਰ੍ਹਾਂ ਆਪਾਂ ਉਹ ਜਿਨ੍ਹਾਂ ਨੂੰ ਰੋਜ਼ ਅਰਦਾਸ 'ਚ ਚੇਤੇ ਕਰਦੇ ਹਾਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਉਹ ਹੁਣ ਉਹ ਅਵਸਥਾ 'ਤੇ ਪਹੁੰਚ ਚੁੱਕੇ ਸਨ, ਪਿਆਰੇ ਤੇ ਸਚਿਆਰੇ ਗੁਰੂ ਕੇ ਦਲਾਰੇ, ਜਿਨ੍ਹਾਂ ਸਾਹਮਣੇ ਲਾਲਚ ਵੀ ਬੜੇ ਰੱਖੇ ਗਏ ਜੀ। ਛੱਡ ਦਵੋ ਉਹ ਪਰਮੇਸ਼ਰ ਦੀ, ਗੁਰੂ ਦੀ ਸਿੱਖੀ ਦੀ ਗੱਲ, ਜੋ ਅਸੀਂ ਕਹਿੰਦੇ ਹਾਂ ਉਹ ਤੁਸੀਂ ਕਰੋ। ਪਰ ਉਹ ਗੁਰੂ ਕੇ ਪਿਆਰੇ ਨਹੀਂ ਟੁੱਟੇ, ਕਿਉਂਕਿ ਇੱਕ ਸਿਰਮੌਰ ਰਸ 'ਚ ਉਹ ਪਹੁੰਚ ਚੁੱਕੇ ਸਨ। ਇਹਦੀ ਜਿਵੇਂ ਆਪਾਂ ਆਮ ਐਗਜ਼ਾਮਪਲ ਉਦਾਹਰਣ ਲੈਂਦੇ ਹਾਂ ਕਿ ਜਿਵੇਂ ਅਸੀਂ ਮਿੱਠਾ ਖਾ ਲਿਆ ਹੈ, ਕੋਈ ਬੰਦੇ ਨੇ ਬਰਫੀ ਦੇ 2 ਟੁਕੜੇ ਖਾ ਲਏ, ਉਦੋਂ ਬਾਅਦ ਚਾਹ ਦਾ ਕੱਪ ਲਿਆਂਦਾ ਗਿਆ, ਜਦੋਂ ਉਹ ਪੀਂਦਾ ਹੈ ਬੰਦਾ, ਹਾਲਾਂਕਿ ਚਾਹ ਮਿੱਠੀ ਹੁੰਦੀ ਹੈ ਪਰ ਫਿੱਕੀ ਲੱਗਦੀ ਹੈ, ਹਾਲਾਂਕਿ ਉਹਦੇ 'ਚ ਮਿੱਠਾ ਹੈ। ਕਾਰਨ ਕੀ ਹੈ? ਜਿੰਨੀ ਕੁ ਮਿੱਠੇ ਦੀ ਮਾਤਰਾ ਚਾਹ 'ਚ ਹੈ, ਉਦੋਂ ਜ਼ਿਆਦਾ ਮਾਤਰਾ 'ਚ ਮਿੱਠਾ ਇਹ ਮਠਿਆਈ ਦੇ ਰੂਪ ਦੇ ਵਿੱਚ ਖਾ ਚੁੱਕਿਆ। ਹੁਣ ਉਹ ਮਿੱਠਾ ਵੀ ਇਹਨੂੰ ਮਿੱਠਾ ਨਹੀਂ ਲੱਗਦਾ ਹੈ, ਫਿੱਕਾ ਲੱਗਦਾ ਹੈ। ਇਹਨੂੰ ਮਹਾਰਾਜ ਕਹਿੰਦੇ ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾਂ ਸਭ ਹੋ ਛੇਰੇ। ਜਿਹਨੇ ਉਹ ਪਰਮ ਰਸ ਨੂੰ ਚੱਖ ਲਿਆ ਨਾ, ਉਹਨੂੰ ਫਿਰ ਦੁਨੀਆ ਦੇ ਰਸ ਹੋਛੇ ਲੱਗਦੇ ਨੇ, ਫਿੱਕੇ ਲੱਗਦੇ ਨੇ। ਉਹ ਸੰਸਾਰ ਦੇ ਰਸਾਂ ਵਾਲੇ ਪਾਸੇ ਫਿਸਲਦਾ ਨਹੀਂ ਹੈ, ਕਿਉਂਕਿ ਉਹ ਪਰਮ ਰਸ ਤੱਕ, ਪਰਮ ਆਨੰਦ ਤੱਕ ਪਹੁੰਚ ਗਿਆ ਹੈ, ਪਰਮ ਆਨੰਦ ਤੱਕ। ਕਬੀਰ ਸਾਹਿਬ ਕਹਿੰਦੇ ਉਹ ਜਿਹਦੇ ਤੇ ਰੱਬੀ ਰਹਿਮਤ ਬਖਸ਼ਿਸ਼ ਵਰਤਦੀ ਹੈ, ਉਹ ਭਾਗਾਂ ਵਾਲੇ ਹਿਰਦੇ ਦੇ ਵਿੱਚ ਮਾਲਕ ਦੀ ਬਾਣੀ, ਨਾਮ, ਸ਼ਬਦ, ਨਾਦ ਗੁਰੂ ਅਮਰਦਾਸ ਸਾਹਿਬ ਕਹਿੰਦੇ ਵਰਤਦੇ ਨੇ, ਤੇ ਫਿਰ ਮਾਲਕ ਦੀ ਰਹਿਮਤ ਸਦਕਾ ਜੀਵਨ ਦੇ ਵਿੱਚ ਤਬਦੀਲੀ ਤੇ ਚੇਂਜ ਕੀ ਆਉਂਦਾ ਹੈ। ਇੱਕ ਤੇ ਅੰਦਰ ਦੀ ਤਬਦੀਲੀ ਇਹ ਬਣ ਗਈ ਨਾ ਕਿ ਹੁਣ ਅੰਦਰ ਉਹ ਵਿਕਾਰਾਂ ਦਾ ਝਗੜਾ ਤੇ ਕਲੇਸ਼ ਨਹੀਂ ਰਿਹਾ, ਸੰਸਾਰੀ ਵਿਚਾਰਾਂ ਦਾ ਅੰਦਰ ਵੇਗ ਨਹੀਂ ਚੱਲਦਾ, ਜਿਹੜੀਆਂ ਵਿਚਾਰਾਂ ਕਰਕੇ ਬੰਦਾ ਦਿਨ ਰਾਤ ਚਿੰਤਾ ਦੇ ਵਿੱਚ ਹੈ। ਭਗਤ ਅਚਿੰਤ ਹੈ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤ। ਭਗਤ ਅਚਿੰਤ ਹੈ, ਕਾਰਨ ਕੀ ਹੈ? ਹੁਣ ਉਹ ਸੰਸਾਰ ਵਾਲੀਆਂ ਚਿੰਤਾ ਵਾਲੀਆਂ ਵਿਚਾਰਾਂ ਦਾ ਸਮੂਹ ਉਹਦੇ ਅੰਦਰ ਨਹੀਂ ਹੈ, ਉਹਦੇ ਅੰਦਰ ਤੇ ਮਾਲਕ ਦੀ ਇਬਾਦਤ ਦਾ ਰਸ ਬਣਿਆ ਹੋਇਆ ਹੈ। ਫਿਰ ਮਹਾਰਾਜ ਕਹਿੰਦੇ ਬਾਹਰੀ ਜੀਵਨ 'ਚ ਉਹਦੇ ਕੀ ਤਬਦੀਲੀ ਆਉਂਦੀ ਹੈ? ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਹੇ ਮਾਲਕ ਜੀ, ਜਿਹੜੇ 5 ਦੂਤ ਹਰ ਮਨੁੱਖ ਤੇ ਹਾਵੀ ਹੁੰਦੇ ਹਨ। ਹਾਂ, ਕਿਸੇ ਵਕਤ ਕਿਸੇ ਦੀ ਸੁਰਤ ਤੇ ਕੋਈ ਵਿਕਾਰ ਹਾਵੀ ਹੋ ਸਕਦਾ, ਕਿਸੇ ਵਕਤ ਕਿਸੇ ਦੀ ਸੁਰਤ ਤੇ ਕੋਈ ਵਿਕਾਰ ਹਾਵੀ ਹੋ ਸਕਦਾ ਹੈ। ਬਾਣੀ 'ਚ ਮਹਾਰਾਜ ਕਹਿੰਦੇ ਇਹ ਜਿਹੜਾ ਸਾਡਾ ਮਨ ਹੈ ਨਾ, ਇੱਕ ਤੇ ਹੈ ਇਹਦਾ ਨਿਜ ਘਰ ਜਾਂ ਨਿਜ ਦੇਸ਼, ਪਰ ਹੁੰਦਾ ਕੀ ਹੈ? ਸਰੀਰ ਤਨ ਤਾਂ ਵੇਖੋ ਆਪਣੇ ਘਰ 'ਚ ਹੈ, ਆਪਣੇ ਦੇਸ਼ 'ਚ ਹੈ, ਪਰ ਜਿਹੜਾ ਮਨ ਹੈ ਉਹ ਬਹੁਤਾ ਸਮਾਂ ਘਰੋਂ ਬਾਹਰ ਭਟਕਦਾ ਹੈ, ਦੇਸੋਂ ਪਰਦੇਸ ਭਟਕਦਾ ਹੈ। ਇਸੇ ਕਰਕੇ ਬਾਣੀ 'ਚ ਕਿੰਨੀ ਵਾਰ ਸਤਿਗੁਰੂ ਜੀ ਨੂੰ ਕਹਿਣਾ ਵੀ ਪਿਆ, ਮਨ ਪਰਦੇਸੀ ਵੇ ਪਿਆਰੇ ਆਵੋ ਘਰੇ, ਕਿਉਂਕਿ ਮਨ ਕਦੇ ਕਾਮ ਦੇ ਦੇਸ਼ 'ਚ ਉਡਾਰੀਆਂ ਮਾਰਦਾ ਹੈ, ਫਿਰ ਐਨ ਕਾਮੀ ਵਿਚਾਰਾਂ ਇਹਦੀ ਸੁਰਤ ਤੇ ਹਾਵੀ ਹੁੰਦੀਆਂ ਨੇ। ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਕਦੇ ਇਹਦੇ ਉੱਪਰ ਕ੍ਰੋਧ ਹਾਵੀ ਹੁੰਦਾ ਹੈ, ਮਨ ਕ੍ਰੋਧ ਦੇ ਦੇਸ਼ ਅੰਦਰ ਪਹੁੰਚ ਜਾਂਦਾ ਹੈ। ਫਿਰ ਮੱਥ ਹੈ ਤ੍ਰਿਕਟੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜਿਹਬਾ ਕੀ ਫੂੜ। ਫਿਰ ਇਹਦੀ ਸੁਰਤ ਤੇ ਐਨ ਕ੍ਰੋਧੀ ਹਾਵੀ ਹੁੰਦਾ ਹੈ, ਆਪਣਿਆਂ ਦੇ ਨਾਲ ਵੀ ਝਗੜਾ ਕਰੀ ਜਾਂਦਾ ਹੈ। ਕਦੇ ਮਨ ਮੋਹ ਦੇ ਦੇਸ਼ ਦੀਆਂ ਉਡਾਰੀਆਂ ਮਾਰਦਾ ਹੈ, ਤੇ ਜਦੋਂ ਮੋਹ ਦੇ ਦੇਸ਼ ਦੀਆਂ ਉਡਾਰੀਆਂ 'ਚ ਮਨ ਹੁੰਦਾ ਹੈ, ਫਿਰ ਆਪਣਿਆਂ ਦੇ ਨਾਲ ਬਹੁਤ ਜ਼ਿਆਦਾ ਲਗਾਓ ਤੇ ਦੂਜਿਆਂ ਦੇ ਨਾਲ ਬਹੁਤ ਤਰ੍ਹਾਂ ਦੇ ਵਿਤਕਰੇ, ਕਿਉਂਕਿ ਮਨ ਮੋਹ ਦੀ ਪਕੜ ਦੇ ਵਿੱਚ ਹੈ। ਆਪਣੇ ਆਪਣੇ ਲੱਗਦੇ ਹਨ ਤੇ ਦੂਜੇ ਦੁਸ਼ਮਣ ਲੱਗਦੇ। ਹਾਲਾਂਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡਾ ਨਜ਼ਰੀਆ ਕਿਹੜਾ ਹੋਣਾ ਚਾਹੀਦਾ ਹੈ? ਆਪਣੋ ਸੁਆਨ ਜੈਸੋ ਲਗਤ ਪਿਆਰੋ ਜੀ, ਤੈਸੋ ਹੀ ਸਮਝ ਸਗਲ ਸੰਸਾਰ ਕੋ। ਕਹਿੰਦੇ ਜਿਵੇਂ ਆਪਣਾ ਬੱਚਾ ਤੈਨੂੰ ਪਿਆਰਾ ਲੱਗਦਾ ਹੈ ਨਾ, ਇਦਾਂ ਤੂੰ ਦੂਜਿਆਂ ਪ੍ਰਤੀ ਵੀ ਉਸੇ ਤਰ੍ਹਾਂ ਦਾ ਪ੍ਰੇਮ ਵਾਲਾ, ਆਪਣਤ ਵਾਲਾ ਇੱਕ ਨਜ਼ਰੀਆ ਬਣਾ। ਜੇ ਦੂਜੇ ਦਾ ਭਲਾ ਨਹੀਂ ਕਰਨਾ ਤੇ ਘੱਟ ਤੋਂ ਘੱਟ ਬੁਰਾ ਵੀ ਨਾ ਕਰ, ਕਿਉਂਕਿ ਇੰਨੀ ਗੱਲ ਤੇ ਸਮਝ ਲੈ ਕਿ ਜਿਵੇਂ ਤੇਰਾ ਬੱਚਾ ਤੈਨੂੰ ਪਿਆਰਾ ਲੱਗਦਾ, ਉੱਦਾਂ ਦੂਜੇ ਨੂੰ ਆਪਣਾ ਬੱਚਾ ਦੂਜੇ ਨੂੰ ਵੀ ਪਿਆਰਾ ਲੱਗਦਾ ਹੈ। ਆਪਣੇ ਦੇ ਸੁੱਖ ਦੇ ਲਈ ਦੂਜੇ ਨੂੰ ਦੁੱਖ ਦੇ ਖੂਹ 'ਚ ਨਾ ਸੁੱਟ।
ਉੱਥੇ ਭਾਈ ਗੁਰਦਾਸ ਸਾਹਿਬ ਨੇ ਇਹ ਵੀ ਬਚਨ ਕਿਹਾ, ਕਹਿੰਦੇ ਜਿਵੇਂ ਬੰਦੇ ਨੂੰ ਆਪਣਾ ਕਾਰੋਬਾਰ ਬੜਾ ਪਿਆਰਾ ਲੱਗਦਾ ਹੈ ਨਾ, ਤੇ ਉਹ ਕਾਰੋਬਾਰ ਦੀ ਪ੍ਰਗਤੀ ਕਿਵੇਂ ਹੋਵੇ, ਤਰੱਕੀ ਕਿਵੇਂ ਹੋਵੇ, ਕਿਵੇਂ ਅੱਗੇ ਤੋਂ ਅੱਗੇ ਬੰਦਾ ਵਧੇ, ਇਹਦੇ ਲਈ ਉਹ ਦਿਨ ਰਾਤ ਸੋਚਦਾ ਹੈ, ਵਿਉਂਤਾਂ ਬਣਾਉਂਦਾ, ਕਈ ਪ੍ਰਕਾਰ ਦੀ ਪਲੈਨਿੰਗ ਕਰਦਾ ਹੈ। ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਕਈ ਵਾਰ ਬੰਦਾ ਇੱਦਾਂ ਸੋਚਦਾ ਹੈ ਕਿ ਸ਼ਾਇਦ ਦੂਜੇ ਦੇ ਕਾਰੋਬਾਰ ਦੇ ਵਿੱਚ ਕੋਈ ਪੌਜ਼ ਆ ਜਾਵੇ, ਕੋਈ ਰੁਕਾਵਟ ਪੈ ਜਾਵੇ ਤੇ ਮੇਰਾ ਕਾਰੋਬਾਰ ਬਹੁਤਾ ਚੱਲ ਸਕਦਾ ਹੈ। ਤੇ ਲੋਕ ਜਿਹੜੇ ਅਤ ਕਪਟੀ ਬਿਰਤੀ ਵਾਲੇ ਨੇ ਨਾ, ਉਹ ਬਹੁਤ ਤਰ੍ਹਾਂ ਦੇ ਕੰਮ ਕਰਦੇ ਵੀ ਹਨ ਕਿ ਦੂਜੇ ਦਾ ਨੁਕਸਾਨ ਕਰੀਏ, ਫਿਰ ਸਾਡੀ ਦੁਕਾਨ ਬਹੁਤੀ ਚੱਲ ਸਕਦੀ ਹੈ, ਫਿਰ ਸਾਡਾ ਕਾਰੋਬਾਰ ਬਹੁਤਾ ਚੱਲ ਸਕਦਾ ਹੈ। ਇਹ ਕੇਵਲ ਆਪਣੇ ਦੇ ਮੋਹ ਤੇ ਆਪਣੇ ਦੇ ਲਾਲਚ ਕਰਕੇ ਦੂਜੇ ਦੇ ਕਾਰੋਬਾਰ ਦਾ ਨੁਕਸਾਨ। ਤੇ ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਚੇਤੇ ਰੱਖ, ਜਿਵੇਂ ਤੇਰਾ ਕਾਰੋਬਾਰ ਤੈਨੂੰ ਪਿਆਰਾ ਲੱਗਦਾ ਹੈ, ਇੱਦਾਂ ਦੂਜੇ ਨੂੰ ਆਪਣਾ ਕਾਰੋਬਾਰ ਪਿਆਰਾ ਲੱਗਦਾ। ਆਪਣੇ ਨੂੰ ਵਧਾਉਣ ਦੇ ਲਈ ਦੂਜੇ ਨੂੰ ਬਰਬਾਦ ਨਾ ਕਰ। ਹਾਂ, ਆਪਣੇ ਨੂੰ ਵਧਾਉਣ ਦੇ ਲਈ ਤੂੰ ਹੋਰ ਤਰ੍ਹਾਂ ਤਰ੍ਹਾਂ ਦੇ ਯਤਨ ਕਰ, ਉਦਮ ਕਰ, ਅੱਗੇ ਵਧਣਾ ਚਾਹੀਦਾ ਹੈ। ਸਿੱਖ ਉਦਮੀ ਹੋਵੇ, ਸਿੱਖ ਹਿੰਮਤੀ ਹੋਵੇ। ਇਹ ਬਾਣੀ ਨੇ ਵਾਰ-ਵਾਰ ਪ੍ਰੇਰਣਾ ਸਾਨੂੰ ਦਿੱਤੀ ਹੈ ਕਿ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪਰ ਗੁਰੂ ਕਹਿੰਦੇ ਇਹ ਨਹੀਂ ਕਿ ਆਪਣੇ ਨੂੰ ਵਧਾਉਣ ਦੇ ਲਈ ਦੂਜੇ ਨੂੰ ਤੂੰ ਬਰਬਾਦ ਕਰੇ, ਇਹ ਕੋਈ ਗੁਰਮਤ ਦਾ ਨਜ਼ਰੀਆ ਨਹੀਂ ਹੈ। ਤੇ ਜਿਸ ਮਨੁੱਖ ਦੀ ਇੱਦਾਂ ਦੀ ਬਿਰਤੀ ਹੋਵੇ ਨਾ, ਉਹ ਕਦੇ ਸੁੱਖ ਦੇ ਨਾਲ ਸੌਂ ਨਹੀਂ ਸਕਦਾ, ਕਦੇ ਸੁੱਖ ਦੇ ਨਾਲ ਜੀ ਨਹੀਂ ਸਕਦਾ ਹੈ। ਬਾਣੀ 'ਚ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਜਿਹਦੇ ਅੰਦਰ ਦੂਜੇ ਪ੍ਰਤੀ ਈਰਖਾ ਦੀ ਬਿਰਤੀ ਹੈ ਨਾ, ਬੇਸ਼ੱਕ ਉਹ ਨੁਕਸਾਨ ਦੂਜੇ ਦਾ ਕਰ ਰਿਹਾ ਹੈ, ਪਰ ਮਤ ਸਮਝੇ ਦੂਜੇ ਦਾ ਨੁਕਸਾਨ ਹੋ ਰਿਹਾ, ਨੁਕਸਾਨ ਉਹਦਾ ਆਪਣਾ ਹੀ ਹੋ ਰਿਹਾ। ਇਸੇ ਕਰਕੇ ਤੇ ਗੁਰੂ ਨੇ ਵੇਖੋ ਸਾਨੂੰ ਕਿੰਨੀਆਂ ਜ਼ਮੀਨ ਦੇ ਨਾਲ ਜੁੜੀਆਂ ਹੋਈਆਂ ਵਿਚਾਰਾਂ ਸਮਝਾਈਆਂ, ਜੋ ਰੋਜ਼ ਸਾਡੇ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੀਆਂ ਨੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿਉਂਕਿ ਜੇ ਅਸੀਂ ਦੂਜੇ ਬਾਰੇ ਚੰਗਾ ਸੋਚਦੇ ਹਾਂ, ਵਿਚਾਰਵਾਨ ਸਿਆਣੇ ਜਿਹੜੇ ਇਸ ਪੱਧਰ ਤੇ ਬਹੁਤ ਗਹਿਰੀ ਖੋਜ ਕਰਨ ਵਾਲੇ ਨੇ ਨਾ, ਉਹ ਕਹਿੰਦੇ ਕਿ ਜੇ ਬੰਦਾ ਦੂਜੇ ਬਾਰੇ ਚੰਗਾ ਸੋਚਦਾ ਹੈ ਤੇ ਦੂਜਾ ਵੀ ਉਹਦੇ ਬਾਰੇ ਚੰਗਾ ਸੋਚੇਗਾ। ਤੇ ਜੇ ਅਸੀਂ ਦੂਜੇ ਬਾਰੇ ਮਾੜਾ ਸੋਚਾਂਗੇ, ਕੁਦਰਤੀ ਹੈ, ਵਿਚਾਰਾਂ ਦਾ ਵੇਗ ਹੈ, ਦੂਜੇ ਦੇ ਮਨ ਅੰਦਰ ਵੀ ਇਸੇ ਤਰ੍ਹਾਂ ਮਾੜੀਆਂ ਵਿਚਾਰਾਂ ਸਾਡੇ ਪ੍ਰਤੀ ਬਣਨਗੀਆਂ। ਇਹਦੇ ਬਾਰੇ ਇੱਕ ਬੜੀ ਪਿਆਰੀ ਕਹਾਣੀ ਵਿਚਾਰਵਾਨਾਂ ਨੇ ਲਿਖੀ ਹੈ ਕਿ ਰਾਜਾ ਆਪਣੇ ਵਜ਼ੀਰ ਸਮੇਤ, ਕਾਫਲੇ ਸਮੇਤ ਨਗਰ ਦੇ ਬਾਜ਼ਾਰਾਂ ਚੋਂ, ਗਲੀਆਂ ਚੋਂ ਲੰਘ ਰਿਹਾ ਸੀ। ਇੱਕ ਜਗ੍ਹਾ ਤੇ ਕੋਈ 4-5 ਮੰਜ਼ਲੀ ਉੱਚੀ ਇਮਾਰਤ ਰਾਜੇ ਨੇ ਵੇਖੀ, ਰੁਕ ਗਿਆ। ਕਹਿਣ ਲੱਗਾ ਇੰਨੀ ਉੱਚੀ ਇਮਾਰਤ ਇੱਥੇ ਬਾਜ਼ਾਰ 'ਚ ਕਿਸੇ ਵਕਤ ਕੋਈ ਅਣਹੋਣੀ ਘਟਨਾ ਵਰਤ ਗਈ, ਇਮਾਰਤ ਡਿੱਗ ਪਈ, ਕਿੰਨੇ ਲੋਕਾਂ ਦਾ ਨੁਕਸਾਨ ਹੋਵੇਗਾ। ਵਜ਼ੀਰ ਨੂੰ ਕਹਿਣ ਲੱਗਾ ਇਹ ਇਮਾਰਤ ਇੱਥੋਂ ਹਟਵਾ ਦੇਵੋ, ਢਵਾ ਦੇਵੋ ਇਮਾਰਤ। ਵਜ਼ੀਰ ਕਹਿਣ ਲੱਗਾ ਜੀ ਠੀਕ ਹੈ, ਸੱਤ ਹੈ, ਇੱਦਾਂ ਹੀ ਹੋਏਗਾ। ਖੈਰ ਰਾਜਾ ਚਲਦਿਆਂ ਆਪਣੇ ਮਹਿਲਾਂ 'ਚ ਪਹੁੰਚ ਗਿਆ। ਵਜ਼ੀਰ ਸਿਆਣਾ ਸੀ, ਸਮਝਦਾਰ ਸੀ, ਔਰ ਉਹਨੇ ਵੇਖਿਆ ਕਿ ਇਹ ਕਿਹੜਾ ਇਕੱਲੀ ਇਮਾਰਤ ਹੈ, ਇੱਥੇ ਇੱਦਾਂ ਦੀਆਂ ਹੋਰ ਇਮਾਰਤਾਂ ਵੀ ਹਨ, ਕੋਈ ਇੱਕ ਮੰਜ਼ਿਲ ਛੋਟੀ ਹੋਏਗੀ, ਕੋਈ ਇੱਕ ਜ਼ਿਆਦਾ ਹੋਏਗੀ, ਪਰ ਇਕੱਲੀ ਥੋੜ੍ਹਾ ਹੈ। ਕਾਰਨ ਕੀ ਹੈ? ਰਾਜੇ ਨੇ ਹੋਰ ਤਾਂ ਕਿਸੇ ਬਾਰੇ ਨਹੀਂ ਕਿਹਾ ਇੱਦਾਂ ਦਾ ਕੋਈ ਬੋਲ, ਇਹਦੇ ਬਾਰੇ ਕਿਉਂ ਕਿਹਾ ਹੈ? ਰਾਜਾ ਪਹੁੰਚ ਗਿਆ ਉੱਥੇ, ਵਜ਼ੀਰ ਪਹੁੰਚ ਗਿਆ ਇਮਾਰਤ ਦੇ ਵਿੱਚ, ਇਮਾਰਤ ਦੇ ਮਾਲਕ ਦੇ ਕੋਲ। ਤੂੰ ਇਹਦੇ ਅੰਦਰ ਰੱਖਿਆ ਕੀ ਹੈ ਇਮਾਰਤ ਦੇ ਅੰਦਰ? ਉਹ ਕਹਿਣ ਲੱਗਾ ਮੈਂ ਇਸ ਇਮਾਰਤ ਦੇ ਅੰਦਰ ਚੰਦਨ ਰੱਖਿਆ ਹੋਇਆ ਹੈ, ਸੰਭਾਲ ਕੇ ਰੱਖਿਆ ਹੈ। ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਗਈ। ਕਹਿਣ ਲੱਗਾ ਇਹ ਚੰਦਨ ਮੈਂ ਰੱਖਿਆ ਕਿ ਜਦੋਂ ਰਾਜਾ ਮਰੇਗਾ ਤੇ ਉਹਦੇ ਸੰਸਕਾਰ ਵਾਲੇ ਦਿਨ ਇਹ ਚੰਦਨ ਮੈਂ ਵੇਚਾਂਗਾ ਤੇ ਖੂਬ ਇਹਦੇ ਤੋਂ ਮਾਇਆ ਪ੍ਰਾਪਤ ਹੋਏਗੀ। ਵਜ਼ੀਰ ਨੇ ਪੈਸੇ ਦਿੱਤੇ, ਉਹ ਚੰਦਨ ਖਰੀਦ ਲਿਆ। ਹੁਣ ਉਹ ਜਿਹਦੀ ਇਮਾਰਤ ਸੀ, ਵੇਖੋ ਉਹਦੇ ਮਨ ਅੰਦਰ ਰਾਜੇ ਦੇ ਪ੍ਰਤੀ ਮਾੜੀ ਭਾਵਨਾ ਸੀ ਕਿ ਕਿੱਦਣ ਮਰੇ ਤੇ ਕਿੱਦਣ ਮੇਰਾ ਚੰਦਨ ਵਿਕੇ। ਵਜ਼ੀਰ ਨੇ ਖਰੀਦ ਲਿਆ, ਉਹਦੇ ਮਨ ਦੀ ਉਹ ਜਿਹੜੀ ਗੱਲ ਸੀ ਉਹ ਮੁੱਕ ਗਈ ਕਿ ਹੁਣ ਤੇ ਖਰੀਦਿਆ ਗਿਆ, ਹੁਣ ਕੀ ਆ, ਮਰੇ ਨਾ ਮਰੇ ਸਾਡਾ ਚੰਦਨ ਤਾਂ ਵਿਕ ਗਿਆ।
ਕੁਝ ਦਿਨਾਂ ਬਾਅਦ ਰਾਜਾ ਫੇਰ ਜਦੋਂ ਉਸ ਰਸਤੇ ਤੋਂ ਲੰਘਿਆ, ਵਜ਼ੀਰ ਨਾਲ ਕਹਿਣ ਲੱਗਾ, ਹੁਕਮ ਕੀਤਾ ਸੀ ਇਹ ਇਮਾਰਤ ਨੂੰ ਢਾਹ ਦੇਵੋ, ਢਾਈ ਕਿਉਂ ਨਹੀਂ ਹੈ? ਵਜ਼ੀਰ ਕਹਿਣ ਲੱਗਾ, ਜੀ 7 ਬਚਨ, ਅੱਜ ਹੀ ਇਹਦੇ ਤੇ ਕਾਰਵਾਈ ਕਰਵਾ ਦਿੰਦੇ ਹਾਂ। 1 ਮਿੰਟ ਰਾਜਾ ਸੋਚ ਕੇ ਕਹਿਣ ਲੱਗਾ, ਨਹੀਂ, ਇੱਦਾਂ ਦੀਆਂ ਇਮਾਰਤਾਂ ਤੇ ਸਾਡੀ ਰਾਜਧਾਨੀ ਦੀ ਸ਼ਾਨ ਹਨ, ਇੱਦਾਂ ਕਰੋ, ਇਹਦੀ ਸੁਰੱਖਿਆ ਬਾਰੇ ਦੇਖ ਲਵੋ, ਠੀਕ ਹੈ, ਢਾਉਣ ਦੀ ਲੋੜ ਨਹੀਂ ਹੈ, ਜੇ ਕੁਝ ਇਹਦੇ 'ਚ ਘਾਟ ਹੈ ਤੇ ਉਹ ਘਾਟ ਨੂੰ ਪੂਰਾ ਕਰਵਾ ਦਿਓ। ਹੁਣ ਵੇਖੋ, ਇਹ ਵਿਚਾਰਾਂ ਦਾ ਵੇਗ ਹੈ। ਜੇ ਉਹਦੇ ਅੰਦਰ ਮਾੜੀ ਸੋਚ ਸੀ, ਰਾਜੇ ਦੇ ਅੰਦਰ ਵੀ ਉਸੇ ਤਰ੍ਹਾਂ ਦੀ ਸੋਚ ਬਣ ਗਈ, ਤੇ ਜਦੋਂ ਉਹਦੀ ਮਾੜੀ ਸੋਚ ਬਦਲ ਗਈ ਤੇ ਇੱਧਰੋਂ ਰਾਜੇ ਦੀ ਸੋਚ ਵੀ ਬਦਲ। ਇਹੀ ਸਤਿਗੁਰੂ ਕਹਿੰਦੇ ਨੇ, ਜੇ ਤੂੰ ਦੂਜੇ ਬਾਰੇ ਮਾੜਾ ਸੋਚੇਗਾ, ਦੂਜਾ ਵੀ ਤੇਰੇ ਬਾਰੇ ਮਾੜਾ ਹੀ ਸੋਚੇਗਾ। ਮਤ ਸੋਚੀ ਕਿ ਤੂੰ ਦੂਜੇ ਦੀ ਬਰਬਾਦੀ ਬਾਰੇ ਸੋਚ ਰਿਹਾ ਹੋਵੇ ਤੇ ਦੂਜਾ ਤੇਰੀ ਆਬਾਦੀ ਦੇ ਯਤਨ ਕਰੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਇਹ ਮਨ ਹੈ, ਕਦੇ ਕਾਮ ਦੇ ਦੇਸ਼, ਕਦੇ ਕ੍ਰੋਧ ਦੇ ਦੇਸ਼, ਕਦੇ ਲੋਭ ਦੇ, ਕਦੇ ਮੋਹ ਦੇ, ਕਦੇ ਹੰਕਾਰ ਦੇ ਦੇਸ਼। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਵੇਂ ਤੈਨੂੰ ਤੇਰਾ ਕਾਰੋਬਾਰ ਪਿਆਰਾ ਹੈ ਨਾ, ਦੂਜੇ ਨੂੰ ਆਪਣਾ ਕਾਰੋਬਾਰ ਪਿਆਰਾ, ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਦੂਜੇ ਨੂੰ ਬਰਬਾਦ ਨਾ ਕਰ। ਖੈਰ, ਪਰ ਮਨ ਜਦੋਂ ਮੋਹ ਦੇ ਦੇਸ਼ 'ਚ ਹੁੰਦਾ ਹੈ, ਇਹਦਾ ਵਰਤਾਰਾ ਕੁਝ ਹੋਰ। ਕਦੇ ਮਨ ਲੋਭ ਦੇ ਦੇਸ਼ 'ਚ ਪਹੁੰਚਦਾ ਹੈ, ਫਿਰ ਐਨ ਲੋਭੀ ਬਿਰਤੀ ਹਾਵੀ, ਫਿਰ ਕਹਿੰਦਾ ਸਾਰਾ ਕੁਝ ਲੁੱਟ ਪੁੱਟ ਲਵਾਂ ਤੇ ਮੇਰਾ ਹੀ ਹੋ ਜਾਏ। ਕਦੇ ਇਹ ਮਨ ਹੰਕਾਰ ਦੇ ਦੇਸ਼ ਦੀਆਂ ਉਡਾਰੀਆਂ ਮਾਰਦਾ, ਫਿਰ ਅੱਤ ਦਾ ਹੰਕਾਰੀ ਹੋ ਕੇ ਵਿਚਰਦਾ ਹੈ। ਮਹਾਰਾਜ ਕਹਿੰਦੇ, ਮਨ ਪਰਦੇਸੀ ਵੇ ਪਿਆਰੇ ਆਵੋ ਕਰੇ। ਹੇ ਬਾਹਰ ਵਿਕਾਰਾਂ ਦੇ ਦੇਸ਼ 'ਚ ਭਟਕਣ ਵਾਲੇ ਮਨਾ, ਆਪਣੇ ਨਿਜ ਘਰ ਵਿਖੇ ਆ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਮਨ ਫਿਰ ਵੀ ਬਾਹਰ 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 ਭਟਕਦਾ ਹੈ। ਮਹਾਰਾਜ ਕਹਿੰਦੇ, ਇਹਦੇ ਭਟਕਣ ਦਾ ਕਾਰਨ ਹੈ 5 ਵਿਕਾਰ, 5 ਦੂਤ। ਤੇ ਜਦੋਂ ਮਾਲਕ ਜੀ ਦੀ ਰਹਿਮਤ ਬਖਸ਼ਿਸ਼ ਵਰਤਦੀ ਹੈ ਤੇ ਫਿਰ 5 ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਹੇ ਮੇਰੇ ਮਾਲਕ ਜੀ, ਉਹਦੇ ਅੰਦਰ ਦੇ 5 ਦੂਤ ਤੁਸੀਂ ਵਸ 'ਚ ਕਰ ਲੈਂਦੇ ਹੋ, ਕਾਬੂ 'ਚ ਕਰ ਲੈਂਦੇ ਹੋ। ਤੇ ਜਿਹੜਾ ਕਾਲ ਕੰਟਕ ਹੈ, ਮੌਤ ਦਾ ਡਰ ਹੈ, ਮੌਤ ਦਾ ਪ੍ਰਭਾਵ ਹੈ, ਉਸ ਗੁਰਮੁਖ ਦੇ ਜੀਵਨ 'ਚੋਂ ਉਹ ਮੌਤ ਦਾ ਪ੍ਰਭਾਵ ਵੀ ਮੁੱਕ ਜਾਂਦਾ, ਮੌਤ ਦਾ ਭੈ ਵੀ ਮੁੱਕ ਜਾਂਦਾ ਹੈ, ਜਿਹਦੇ ਤੇ ਤੁਹਾਡੀ ਰਹਿਮਤ ਬਖਸ਼ਿਸ਼ ਨਦਰ ਵਰਤਦੀ ਹੈ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਜਿਨ੍ਹਾਂ ਤੇ ਤੁਰ ਤੋਂ ਮਾਲਕ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸੇ ਨਾਮ ਹਰਿ ਕੈ ਲਾਗੇ। ਉਹ ਗੁਰਮੁਖ ਜਨ ਫਿਰ ਮਾਲਕ ਦੇ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਨੇ। ਕਿਉਂਕਿ ਇਹ ਵੀ ਦਾਤ ਆਪਾਂ ਰੋਜ਼ ਗੁਰੂ ਅੱਗੇ ਝੋਲੀ ਅੱਡ ਕੇ ਕਹਿੰਦੇ ਹਾਂ, ਮਾਲਕ ਜੀ ਸਾਡੀ ਝੋਲੀ 'ਚ ਜਿੱਥੇ ਸਿੱਖੀ ਦੀ ਦਾਤ ਪਾਵੋ, ਕੇਸ ਰਹਿਤ ਵਿਵੇਕ ਵਿਸਾ ਭਰੋਸੇ ਦੀ ਦਾਤ ਪਾਵੋ, ਉੱਥੇ ਦਾਨਾ ਸਿਰਦਾਨ ਨਾਮਦਾਨ ਸਾਨੂੰ ਬਖਸ਼ੋ। ਉਹਨਾਂ ਗੁਰਮੁਖਾਂ ਦਾ ਸੰਗ ਸਾਨੂੰ ਬਖਸ਼ੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਤੁਹਾਡਾ ਨਾਮ ਚੇਤੇ ਆਵੇ, ਉਹਨਾਂ ਦੀ ਸੰਗਤ ਬਖਸ਼ੋ। ਕਿਉਂਕਿ ਇਹ ਨਾਮ ਦੀ ਦਾਤ ਪਰਮੇਸ਼ਰ ਦੀ ਬਖਸ਼ਿਸ਼ ਹੈ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਿ ਗੁਣ। ਉਹੀ ਜਪ ਪਾਉਂਦੇ ਨੇ ਜਿਨ੍ਹਾਂ ਤੇ ਉਹ ਆਪ ਰਹਿਮਤ ਬਖਸ਼ਿਸ਼ ਵਰਤਾਉਂਦਾ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਜਿਨ੍ਹਾਂ ਨੂੰ ਮਾਲਕ ਨੇ ਰਹਿਮਤ ਬਖਸ਼ਿਸ਼ ਕਰਕੇ ਨਾਮ ਦੇ ਨਾਲ ਨਿਵਾਜ ਦਿੱਤਾ, ਜਿਹੜੇ ਨਾਮ ਹਰਿ ਕੈ ਲਾਗੇ, ਉਹ ਉਹਨਾਂ ਹਿਰਦਿਆਂ ਦੇ ਵਿੱਚ ਫਿਰ ਸੁੱਖ ਬਣ ਜਾਂਦਾ ਹੈ। ਉਹ ਸੁੱਖ ਜਿਹਨੂੰ ਸਤਿਗੁਰੂ ਆਨੰਦ ਕਹਿੰਦੇ ਹਨ, ਜਿਹਨੂੰ ਗੁਰੂ ਪਰਮ ਆਨੰਦ ਕਹਿੰਦੇ ਹਨ, ਉਸ ਹਿਰਦੇ ਦੇ ਵਿੱਚ ਅਨਹਦ ਵਾਜੇ। ਉਹ ਇੱਕ ਹੈ ਆਹਦ ਨਾਦ, ਇੱਕ ਹੈ ਅਨਾਹਦ ਨਾਦ। ਆਹਦ ਨਾਦ ਹੁੰਦਾ ਹੈ ਜੋ ਦੋ ਚੀਜ਼ਾਂ ਦੇ ਟਕਰਾਅ ਤੋਂ ਆਵਾਜ਼ ਪੈਦਾ ਹੁੰਦੀ ਆ ਨਾ, ਉਹਨੂੰ ਕਿਹਾ ਜਾਂਦਾ ਹੈ ਆਹਦ ਨਾਦ। ਪਰ ਇੱਕ ਹੈ ਅਨਾਹਦ ਨਾਦ, ਜਿਹੜੀ ਆਵਾਜ਼ ਕੋਈ ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਨਹੀਂ ਹੁੰਦੀ ਹੈ। ਅਸੀਂ ਮੂੰਹ ਤੋਂ ਬੋਲਦੇ ਹਾਂ, ਜ਼ੁਬਾਨ ਹਵਾ ਦੇ ਸੰਪਰਕ ਕਰਕੇ ਹੀ ਇਹ ਬੋਲ ਬਾਹਰ ਨਿਕਲਦੇ ਹਨ। ਪਰ ਜਿਹੜੇ ਸਾਡੇ ਅੰਦਰ ਵਿਚਾਰ ਚੱਲ ਰਹੇ ਹਨ, ਉੱਥੇ ਨਾ ਕਿਸੇ ਜ਼ੁਬਾਨ ਦੀ ਲੋੜ ਹੈ, ਨਾ ਕਿਸੇ ਪਾਉਣ ਦੀ ਹਵਾ ਦੀ ਲੋੜ ਹੈ। ਉਹ ਹੈ ਅੰਦਰ ਵਾਹਿਗੁਰੂ ਦੇ ਨਾਮ ਦੀ ਫਿਰ ਇੱਕ ਧੁਨ ਚੱਲਦੀ, ਅਨਹਦ, ਜਿਹਦੀ ਕੋਈ ਹੱਦ ਨਹੀਂ ਹੈ।
ਬਾਹਰੋਂ ਆਪਾਂ ਬੋਲਦੇ ਹਾਂ, ਇੱਥੋਂ ਬੋਲਿਆ ਠੀਕ ਹੈ, ਆਪਾਂ ਮਾਈਕ ਦੀ ਵਰਤੋਂ, ਸਾਊਂਡ ਸਿਸਟਮ ਦੀ ਵਰਤੋਂ ਕਰਦੇ ਹਾਂ, ਫਿਰ ਵੀ ਆਵਾਜ਼ ਦੀ ਇੱਕ ਸੀਮਾ ਹੈ, ਉਦੋਂ ਪਰੇ ਇਹ ਆਵਾਜ਼ ਨਹੀਂ ਜਾਂਦੀ। ਪਰ ਜਿਹੜੀ ਹਿਰਦੇ ਤੋਂ ਨਿਕਲਣ ਵਾਲੀ ਆਵਾਜ਼ ਹੈ ਨਾ, ਇਤਿਹਾਸ 'ਚ ਆਪਾਂ ਪੜ੍ਹਦੇ ਹਾਂ ਜੀ, ਬੇਬੇ ਨਾਨਕੀ ਗੁਰੂ ਨਾਨਕ ਜੀ ਨੂੰ ਚੇਤੇ ਕਰਦੇ ਨੇ, ਤੇ ਉਹ ਪ੍ਰਦੇਸਾਂ 'ਚ ਬੈਠੇ ਗੁਰੂ ਨਾਨਕ ਬਾਬਾ ਜੀ ਕਹਿ ਦਿੰਦੇ ਨੇ, ਮਰਦਾਨਿਆਂ ਚੱਲ ਚਲੀਏ ਸੁਲਤਾਨਪੁਰ, ਭੈਣ ਨਾਨਕੀ ਯਾਦ ਕਰ ਰਹੀ ਹੈ। ਉਹ ਜਿਹੜੀ ਅੰਦਰ ਤੋਂ ਮਾਂ ਬੱਚੇ ਨੂੰ ਯਾਦ ਕਰਦੀ ਹੈ, ਕਿੱਥੇ ਬੱਚਾ ਕਿੱਥੇ ਮਾਂ, ਉਹ ਇੱਕ ਫੀਲਿੰਗ, ਇੱਕ ਅਹਿਸਾਸ ਹੁੰਦਾ ਹੈ ਕਿ ਹਾਂ ਮੈਨੂੰ ਕੋਈ ਚੇਤੇ ਕਰ ਰਿਹਾ, ਮੈਂ ਕਿਸੇ ਨੂੰ ਚੇਤੇ ਕਰ ਰਹੀ। ਉਹ ਆਵਾਜ਼ ਦੀ ਸੀਮਾ ਨਹੀਂ ਹੈ, ਫਿਰ ਉਹ ਆਵਾਜ਼ ਪਰਮੇਸ਼ਰ ਤੱਕ ਪਹੁੰਚਦੀ ਹੈ। ਜਿਹੜੀ ਹਿਰਦੇ ਤੋਂ ਨਿਕਲੀ ਹੋਈ ਆਵਾਜ਼ ਹੈ ਨਾ, ਉਹਦਾ ਕੋਈ ਦਾਇਰਾ ਨਹੀਂ ਹੈ ਕਿ ਬਸ ਉੱਥੋਂ ਤੱਕ ਹੀ ਜਾ ਸਕਦੀ ਹੈ। ਉਹ ਪਰਮੇਸ਼ਰ ਦੇ ਘਰ ਤੱਕ, ਪਰਮੇਸ਼ਰ ਤੱਕ ਉਹ ਆਵਾਜ਼ ਪਹੁੰਚ ਜਾਂਦੀ ਹੈ। ਪਰ ਉਹ ਆਵਾਜ਼ ਨਿਕਲਦੀ ਕਿਹੜੇ ਹਿਰਦਿਆਂ ਤੋਂ ਹੈ? ਜਿਹੜੇ ਨਾਮ ਹਰ ਕਹਿ ਲਾਗੇ, ਉਹਨਾਂ ਦੇ ਅੰਦਰ ਹੀ ਤਿਤ ਘਰ ਅਨਹਦ ਵਾਜੇ ਵੱਜਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰੂ ਕਾ ਸ਼ਬਦ, ਗੁਰੂ ਕੀ ਵਿਚਾਰ ਸਾਡੇ ਹਿਰਦਿਆਂ 'ਚ ਵਸੇ, ਜੀਵਨ ਆਨੰਦ ਦੀ ਅਵਸਥਾ, ਪਰਮ ਆਨੰਦ ਦੀ ਅਵਸਥਾ ਤੱਕ ਪਹੁੰਚੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।